जी, बिल्कुल, आज हम आपको दिखाएँगे एक ऐसा कसूर का नौजवान जिसने बहुत ज़्यादा तगो-दो की, मुक़द्दस-उ-राह को जमा करने का काम शुरू किया। टूटी-कूचों से, गलियों से मुक़द्दस-उ-राह को जमा करता और अपनी साइकिल पर उनको महफ़ूज़ मकामात पर ले जाकर सेव करता। साइकिल के बाद रक्शा ले लिया, रक्शे के बाद आज अल्हम्दुलिल्लाह कसूर में एक कुरान महल तमीर हुआ। उस कुरान महल में ये मुक़द्दस कुरान को लाकर जमा करते हैं, सेव करते हैं, महफ़ूज़ करते हैं। मैं बात कर रहा हूँ कसूर का सजाद नामी नौजवान, जो ये नेकी का काम कर रहा है। बाकी मुकम्मल कहानी सजाद भाई की ज़ुबानी सुनते हैं। कब से ये काम कर रहे हैं, कितनी देर होगी, साइकिल से लेकर कुरान महल की बिल्डिंग तक किन-किन दोस्तों ने तावन किया, ज़िंदगी में कौन-कौन सी मुश्किलात पेश आई। तो आइए सजाद भाई से बात करते हैं। अस्सलाम वालेकुम। वालेकुम अस्सलाम। सजाद भाई क्या हाल है? अल्लाह पाक का बड़ा एहसान है। अच्छा सजाद भाई, मैंने देखा कसूर में आप साइकिल पर मुक़द्दस उराह को जमा करते थे, उसके बाद रक्शा ले लिया, रक्शे में उनको जमा करते थे। रक्शे के बाद अल्हम्दुलिल्लाह आज जिस बिल्डिंग में हम मौजूद हैं, करोड़ों रुपए की लागत से ये तमीर हुई। मैंने सेटअप देखा, बहुत ज़्यादा खुशी भी हुई। एक 45 फुट या 50 फुट कुआँ खोदा गया, उसकी चारदीवारी बनाई गई, साथ में कपड़ा लगा दिया गया, कुएँ को दुल्हन की तरह सजा दिया गया। ये कैसे आगाज़ किया? कितनी देर से ये आप काम कर रहे हैं? कितनी पुराना ये काम है? और इस मामलात में कौन-कौन दोस्त हैं जो आपके साथ तामन कर रहे हैं? भाईजान माशाअल्लाह मैनू काम करदे ਨੂੰ तकरीबन 7 ਸਾਲ ਹੋ ਗਏ ਨੇ माशाअल्लाह। ਤੇ 7 ਸਾਲ ਦੇ ਅਰਸੇ ਦੇ ਵਿੱਚ ਪਹਿਲੇ ਪੈਦਲ ਹੀ ਇਕੱਠੇ ਕਰੀਦੇ ਸੀ। ਤਕਰੀਬਨ ਰੋਜ਼ ਦੇ 30 15-20 ਤੋੜੇ ਇਕੱਠੇ ਹੋ ਜਾਂਦੇ ਸੀ। पैदल 15 ਤੇ 20 ਤੋੜੇ ਇਕੱਠੇ ਕਰ लिए। ਹਾਂਜੀ ਰੋਜ਼ ਪੈਦਲ ਇਕੱਠੇ ਕਰਤੇ ਫਿਰ ਮੈਂ ਇੱਕ ਜਗ੍ਹਾ ਤੇ ਜਮ੍ਹਾਂ ਕਰ ਲੈਂਦਾ ਸੀ। ਜਿਵੇਂ ਕਾਦਰਾਬਾਦ ਇਲਾਕਾ ਕੀਤਾ ਉੱਥੋਂ ਅਗਰ 5 ਤੋੜੇ ਹੋਏ ਨੇ ਉਹ ਮੈਂ ਇਕੱਠੇ ਕਰਕੇ ਜਮ੍ਹਾਂ ਕਰ ਲੈਂਦਾ। ਫਿਰ ਭੱਠਾ ਚੌਂਕ ਇਸ ਤਰੀਕੇ ਜਦੋਂ 40-50 ਤੋੜਾ ਇਕੱਠਾ ਹੋ ਜਾਂਦਾ ਸੀ ਫਿਰ ਮੈਂ ਰਕਸ਼ਾ ਕਿਰਾਏ ਤੇ ਲੈ ਤੇ ਉਹਦੇ ਤੇ ਨਾ ਲੱਦ ਤੇ ਫਿਰ ਲੈ ਆਉਂਦਾ ਹੁੰਦਾ ਇੱਕ ਸੀ। ਸਾਈਡ ਤੇ ਰੱਖ ਲੈਂਦੇ। ਫਿਰ ਆਸਤਾ ਆਸਤਾ ਭੱਠੇ ਚੌਂਕ ਇੱਕ ਸਰਵਿਸ ਸਟੇਸ਼ਨ ਹੈਗਾ ਮਾਸ਼ਾਅੱਲਾ ਅੱਲਾਹ ਪਾਕ ਉਹਨੂੰ ਸਲਾਮਤ ਰੱਖੇ। ਮੌਲਵੀ ਸਾਹਿਬ ਨੇ ਮੈਨੂੰ ਦੇਖਿਆ, ਉਹਨੇ ਦੇਖ ਕੇ ਨਾ ਮੈਨੂੰ ਸਾਈਕਲ ਲੈ ਦਿੱਤੀ। ਮੈਨੂੰ ਕਹਿੰਦਾ ਯਾਰ ਤੂੰ ਇਹ ਇਕੱਠੇ ਕਰਨਾ ਹੈ, ਰੋਜ਼ ਪੈਦਲ ਚੁੱਕ ਤੇ ਜਾਣਾ ਤੂੰ ਸਾਈਕਲ ਤੇ ਇਕੱਠੇ ਕਰਿਆ ਕਰ। ਫਿਰ ਮੈਂ ਆਸਤਾ ਆਸਤਾ ਸਾਈਕਲ ਤੇ ਇਕੱਠੇ ਕਰਨ ਲੱਗ ਪਿਆ। ਫਿਰ ਇਕੱਠੇ ਕਰਦਾ ਕਰਦਾ ਉਹ ਕਾਫੀ ਖਜ਼ਾਨਾ ਇਕੱਠਾ ਹੋ ਜਾਂਦਾ ਸੀ ਮਾਸ਼ਾਅੱਲਾ ਰੋਜ਼ ਦਾ 40-50 ਤੋੜਾ ਇਕੱਠਾ ਹੋ ਜਾਣਾ। ਫਿਰ ਮੈਂ ਇੱਥੇ ਗੋਦਾਮ ਕਿਰਾਏ ਤੇ ਲਿਆ, ਉਹਦੇ ਵਿੱਚ ਰੱਖਣ ਲੱਗ ਪਿਆ। ਉਸ ਤੋਂ ਬਾਅਦ ਫਿਰ ਮੁਫਤੀ ਰਜ਼ਾ ਸਾਹਿਬ ਹੈਗੇ ਨੇ ਆਪਣੇ ਕਾਨੇ ਦੇ, ਉਹਨਾਂ ਨਾਲ ਮੈਂ ਰਾਬਤਾ ਕੀਤਾ ਕਿ ਯਾਰ ਮੇਰੇ ਕੋਲ ਇੰਨਾ ਖਜ਼ਾਨਾ ਹੋ ਜਾਂਦਾ ਇਹਨੂੰ ਮਹਿਫੂਜ਼ ਕਰਨ ਦੇ ਵਾਸਤੇ। ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਇਕੱਠੇ ਕਰ ਲਿਆ ਕਰੋ ਜਿੰਨੇ ਵੀ ਹੋਣ, ਅਸੀਂ ਗੱਡੀ ਭੇਜ ਦਿਆ ਕਰਾਂਗੇ, ਉਹਦੇ ਤੇ ਅਸੀਂ ਲੈ ਆਇਆ ਕਰਾਂਗੇ। ਮੈਂ ਇਕੱਠੇ ਕਰਨ ਲੱਗ ਪਿਆ। ਮਾਮਲਾਤ ਕਾਫੀ ਜ਼ਾਹਰ ਹੈ ਕਿ ਘਰ ਦੇ ਅਖਰਾਜਾਤ ਵਸਲਾਂ ਮਸੈਲ ਵਿੱਚ ਹੀ ਚੱਲਦੇ ਨੇ। ਫਿਰ ਇੱਕ ਦਫਾ ਮੈਂ ਇਕੱਠੇ ਕਰ ਰਿਹਾ ਸੀ ਪੱਸਰਪੁਰੇ ਹੀ ਤੇ ਮਕਾਨ ਦਾ ਕਿਰਾਇਆ ਵੀ ਦੇਣਾ ਸੀ, 3 ਮਹੀਨਿਆਂ ਦਾ ਕਿਰਾਇਆ ਹੋ ਗਿਆ। ਤੇ ਉੱਥੇ ਇੱਕ ਦੋਸਤ ਮੈਨੂੰ ਮਿਲਿਆ, ਮੈਂ ਉਹਨੂੰ ਕਿਹਾ, ਮੈਨੂੰ ਕਹਿੰਦਾ ਯਾਰ ਤੂੰ ਪਰੇਸ਼ਾਨ ਨਾ ਹੋ, ਅਸੀਂ ਆਉਂਦੇ ਹਾਂ ਤੇਰਾ ਜਿੰਨਾ ਕਿਰਾਇਆ ਅਸੀਂ ਮਹੀਨੇ ਦਾ ਦਿਆਂਗੇ ਤੇ ਤੂੰ ਆਜ਼ਾਦ ਹੋ ਤੇ ਆਪਦਾ ਕੰਮ ਕਰ। ਮੈਂ ਕਢਾਈ ਦਾ ਕੰਮ ਕਰਦਾ ਸਾਂ ਤੇ ਟਾਈਮ ਕਰ ਤੇ ਮੁਕੱਦਸ ਰਾਹ ਇਕੱਠੇ ਕਰਦਾ ਸੀ, ਜੁਮੇ ਦੀ ਪੂਰੀ ਦਿਹਾੜੀ ਲਗਾਈ ਦੀ ਸੀ। ਜਦੋਂ ਉਹਨਾਂ ਨੇ ਮੈਨੂੰ ਕਿਹਾ ਨਾ ਤੇ ਮੈਂ ਘਰ ਆਇਆ। ਮੈਂ ਘਰ ਆ ਤੇ ਆਏ ਨਾਲ ਦੀ ਨੂੰ ਕਿਹਾ ਕਿ ਅੱਲਾ ਦੀ ਬੰਦਗੀ ਕਿਉਂ ਪਰੇਸ਼ਾਨ ਹੋਣੀ ਹੈ, ਆਪਾਂ ਕੋਈ ਬੇਵਾਰਸ ਹੈਗੇ, ਮਾਲਿਕ ਹੈਗਾ ਆਪਣਾ ਕਰਮ ਕਰੇਗਾ। जिंदा काम पे करने हैं, ਉਹ ਹੀ ਤਾਮਨ ਕਰੇਗਾ। ਮੈਂ ਇਹੋ ਉਹਨਾਂ ਨੂੰ ਕਿਹਾ ਤੇ ਉਹ ਨਾ ਅਸੀਂ ਰਾਤ ਸੁੱਤੇ, ਉਹਨਾਂ ਨੇ ਮੈਨੂੰ ਕਿਹਾ ਸੁਬਾਹ ਅਸੀਂ ਆਵਾਂਗੇ। ਸੁਬਾਹ ਇੰਤਜ਼ਾਰ ਕਰਦੇ ਕਰਦੇ ਨਾ ਉਹ ਆਏ ਨਹੀਂ। ਮੈਨੂੰ ਦੁੱਖ ਬੜਾ ਹੋਇਆ। ਮੈਂ ਕਿ ਯਾਰ ਕਹਿਣਾ ਵੀ ਨਹੀਂ ਚਾਹੀਦਾ ਸੀ, ਮਗਰ ਕਹਿ ਤੇ ਉਹਨਾਂ ਅੱਜ ਨੇ। ਹੌਸਲਾ ਦਿੱਤਾ ਨੇ ਤੇ ਆਵਨਾ ਸੀ। ਫਿਰ ਮੈਂ ਇੰਝ ਹੀ ਨਾ ਇਕੱਠੇ ਕਰ ਰਿਹਾ ਤੇ ਕੁਰਾਨ ਮਹਿ ਸ਼ਰੀਫ ਤੇ ਨਾ ਕੁਰਾਨ ਪਾਕ ਇਕੱਠੇ ਕਰਦਾ ਕਰਦਾ ਅੱਲਾਹ ਪਾਕ ਅੱਗੇ ਅਰਜ਼ ਕੀਤੀ ਕਿ ਸੋਹਣਿਆ ਤੂੰ ਹੀ ਹੈ ਜਿਹੜਾ ਕਰਨ ਵਾਲਾ ਹੈ। ਮਾਸ਼ਾਅੱਲਾ ਅੱਲਾ ਦਾ ਕਰਮ ਹੋਇਆ ਕਿ ਪਤਾ ਹੀ ਨਹੀਂ ਕਿਸੇ ਬੰਦੇ ਨੇ ਮੈਨੂੰ ਫੋਨ ਕੀਤਾ ਕਿ ਯਾਰ ਕਿੱਥੇ ਹੋ। ਮੈਂ ਕਿਹਾ ਜਨਾਬ ਮੈਂ ਕਾਦਰਾਬਾਦ ਹੈਗਾ। ਕਹਿੰਦੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਮੈਂ ਕਿਹਾ ਹੁਕਮ ਕਰੋ। ਕਹਿੰਦੇ ਆਓ ਤੁਸੀਂ। ਮੈਂ ਗਿਆ ਤੇ ਉਹਨਾਂ ਨੇ ਨਾ ਮੈਨੂੰ 3 ਮਹੀਨਿਆਂ ਦਾ ਕਿਰਾਇਆ ਸੀ, ਉਹਨਾਂ ਨੇ ਪੈਸੇ ਗਿਣੇ ਤੇ ਮੈਨੂੰ ਫੜਾ ਦਿੱਤੇ। ਰੱਬ ਵੱਲੋਂ ਆਵਾਜ਼ ਵੱਜ ਗਈ। ਮੈਂ ਕਿਹਾ ਜੀ ਇਹ ਕਹਿ ਦੇਣ। ਮੈਨੂੰ ਕਹਿੰਦੇ ਜਾ ਤੇ ਕਿਰਾਇਆ ਦੇ ਦਿਓ। ਮੈਂ ਕਿਹਾ ਤੁਸੀਂ ਘੱਲਿਆ ਕਿੰਨੇ ਤੁਹਾਨੂੰ? ਕਹਿੰਦੇ ਜਿਹਨੂੰ ਤੁਸੀਂ ਕਿਹਾ ਉਹਨੇ ਘੱਲ ਦਿੱਤਾ, ਤੁਸੀਂ ਬੇਫਿਕਰ ਹੋ ਤੇ ਲਾਏ। ਮੈਂ ਕਿਹਾ ਅੱਲਾਹ ਪਾਕ ਦੀ ਸਪੁਰਦ। ਮੈਂ ਜਾ ਤੇ ਕਿਰਾਇਆ ਦਿੱਤਾ। ਫਿਰ ਆਸਤਾ ਆਸਤਾ ਮੈਂ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਦਿਲ 'ਚ ਚਾਹਤ ਹੋਰ ਵੱਧ ਗਈ ਕਿ ਯਾਰ ਮਾਮਲਾ ਤਾਂ ਅੱਲਾਹ ਪਾਕ ਸੁਣਦਾ, ਅੱਲਾਹ ਪਾਕ ਕਰਮ ਕਰਨ ਨਾਲ। ਫਿਰ ਇਸ ਤਰੀਕੇ ਨਾਲ ਹੀ ਲੋਕਡਾਊਨ ਦੇ ਦਿਨ ਆ ਗਏ, ਕਾਫੀ ਪਰੇਸ਼ਾਨੀ ਆਈ। ਫਿਰ ਇੰਨੀ ਕੁ ਪਰੇਸ਼ਾਨੀ ਕਿ ਜਿਹਦਾ ਕੋਈ ਹਿਸਾਬ ਹੀ ਨਹੀਂ। ਘਰ ਦੇ ਵਿੱਚ ਹਾਲਾਂਕਿ ਉਹ ਬਹੁਤ ਬੱਚੇ ਬੁਰੇ ਹਾਲ, ਬਹੁਤ ਜ਼ਿਆਦਾ ਮੁਸ਼ਕਲਾਤ। ਤੇ ਉਹ ਕਿੰਜ ਦਾ ਦਿਨ ਸੀ ਜਦੋਂ ਤੁਹਾਨੂੰ ਕਿਸੇ ਦੋਸਤ ਨੇ ਰਕਸ਼ਾ ਗਿਫਟ ਕੀਤਾ? ਉਹ ਮਾਸ਼ਾਅੱਲਾ ਫਿਰ ਇਸ ਤਰੀਕੇ ਨਾਲ ਨਾ ਅੱਲਾਹ ਪਾਕ ਦਾ ਕਰਮ ਹੋਇਆ ਕਿ
ਮੈਂ ਖ਼ਾਬ ਦੇ ਵਿੱਚ ਸੁੱਤਾ ਪਿਆ ਤੇ ਖ਼ਾਬ ਦੇ ਵਿੱਚ ਮੈਨੂੰ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ माशाल्लाह, ਤਾਲਾ सुभान अल्लाह। ਚਾਰੇ ਸਾਹਬਾ ਕਿਰਾਮ ਮਿਲੇ। ਉਹਨਾਂ ਨੇ ਨਾਲ ਮੈਂ ਬੈਠਾ ਹੋਇਆ ਤੇ ਮੇਰੇ ਦਿਲ 'ਚ ਸਭ ਤੋਂ ਜ਼ਿਆਦਾ ਨਾ ਸਾਰਿਆਂ ਦੀ ਚਾਹਤ ਹੈਗੀ ਹੈ, ਮਗਰ ਹਜ਼ਰਤ ਉਮਰ ਪਾਕ ਦੀ ਬੜੀ ਜ਼ਿਆਦਾ ਸੀ। माशाल्लाह, ਤੇ ਉਹਨਾਂ ਨਾਲ ਬੈਠੇ ਹੋਏ ਆ ਤੇ ਮੈਂ ਦਿਲ ਕਰਦਾ ਕਿ ਉਹਨਾਂ ਵਾਲੇ ਦੇਖਾਂ, ਦੇਖਦਾ ਵੀ ਨਹੀਂ ਆ ਕਿ ਕਿਤੇ ਬੇਅਦਬੀ ਨਾ ਹੋ ਜਾਵੇ। ਤੇ ਹਜ਼ਰਤ ਉਮਰ ਪਾਕ ਫਰਮਾਉਂਦੇ ਨੇ ਕਿ ਯਾਰ ਇਹਦਾ ਕੀ ਕਰੀਏ। ਤੇ ਹਜ਼ਰਤ ਅਲੀ ਮੁਸ਼ਕਿਲ ਸ਼ਾਹ ਸ਼ੇਰੇ ਖੁਦਾ ਫਰਮਾਉਂਦੇ ਨੇ ਜਦੋਂ ਆਪਾਂ ਇਹਦੇ ਨਾਲ ਹੈ ਪਰੇਸ਼ਾਨ ਨਹੀਂ ਕਰਦੇ। ਉਹਨਾਂ ਸਾਰਿਆਂ ਨੇ ਮੇਰੇ ਥਾਪੜੀ ਲਾਈ, ਉਹਨਾਂ ਨੇ ਕਿਹਾ ਅਸੀਂ ਤੇਰੇ ਨਾਲ ਹੈ, ਟੈਨਸ਼ਨ ਨਹੀਂ ਲੈਣੀ। ਮੈਂ ਉਵੇਂ ਉੱਠਿਆ, ਮੈਂ ਕਿਹਾ ਤੇ ਅੱਲਾ ਦਾ ਸ਼ੁਕਰ ਹੋਇਆ ਕਿ ਮੈਂ ਨਿਕਲਿਆ ਤੇ ਮਾਲਮ ਗਿਆ ਚਲਾ। ਉੱਥੇ ਹਕੀਮ ਨਜ਼ੀਰ ਸਾਹਿਬ ਹੈਗੇ ਨੇ, ਉਹ ਮੈਂ ਰੂੜੀ ਤੋਂ ਇਕੱਠੇ ਕਰ ਰਿਹਾ, ਮੈਨੂੰ ਉਹਨਾਂ ਦੇਖਿਆ, ਕਹਿੰਦੇ ਕੀ ਕਰ ਰਹੇ ਹੋ? ਮੈਂ ਕਿਹਾ ਜੀ ਇਹ ਕੰਮ ਕਰ ਰਿਹਾ ਮੁਕੱਦਸ ਰਾਤ। ਕਹਿੰਦਾ ਘਰ ਦਾ ਨਿਜ਼ਾਮ ਕਿਵੇਂ ਚੱਲਦਾ? ਮੈਂ ਕਿਹਾ ਅੱਲਾ ਪਾਕ ਚਲਾ ਰਿਹਾ, ਉਹਦੀ ਮਦਦ ਨਾਲ ਹੀ ਚੱਲ ਰਿਹਾ। ਮੈਨੂੰ ਕਹਿੰਦੇ ਕਿ ਤੁਸੀਂ ਜੇ ਇਹੋ ਹੀ ਕੰਮ ਕਰੋ ਤੇ ਫਿਰ। ਮੈਂ ਕਿਹਾ ਇਹ ਕੰਮ ਕਰਨਾ ਤੇ ਅਸੀਂ ਚਾਹਤ ਤੇ ਬੜੀ ਅੱਗੇ ਜੋ ਅੱਲਾ ਨੂੰ ਮਨਜ਼ੂਰ ਹੈ। ਮੈਨੂੰ ਕਹਿੰਦਾ ਤੇਰੇ ਘਰ ਦਾ ਜਿੰਨਾ ਨਿਜ਼ਾਮ ਹੈ ਨਾ ਮੈਂ ਚਲਾਵਾਂਗਾ ਤੇ ਤੂੰ ਕੰਮ ਹੀ ਆ ਕਰ। माशाल्लाह, ਮੈਂ ਕਿਹਾ ਠੀਕ ਹੋ ਗਿਆ ਜੀ। ਉਸ ਬਾਅਦ ਨਾਲ ਮੈਨੂੰ ਕਹਿੰਦੇ ਕੋਈ ਨਾ ਕੋਈ ਰਕਸ਼ਾ ਲੱਭ ਲਓ ਤੇ ਤੁਹਾਨੂੰ ਰਕਸ਼ਾ ਲੈ ਦਿੰਦੇ। ਭਾਈ ਗੁਲਾਮ ਹੋਟਲ ਵਾਲੇ ਹੈਗੇ ਨੇ ਮਾਸ਼ਾਅੱਲਾ, ਉਹ ਵੀ ਮੇਰੇ ਦੋਸਤ ਹੈਗੇ ਸੀ, ਉਹਨਾਂ ਕੋਲ ਮੇਰਾ ਅਕਸਰ ਆਉਣ ਜਾਣ ਹੈਗਾ ਸੀ। ਮੈਨੂੰ ਉਹਨਾਂ ਨੇ ਮੋਟਰਸਾਈਕਲ ਵੀ ਲੈ ਦਿੱਤੀ ਸੀ, ਟੋਕਰੀ ਬਣਾ ਦਿੱਤੀ ਕਿ ਤੂੰ ਇਹਦੇ ਤੇ ਇਕੱਠੇ ਕਰਿਆ ਕਰ ਸਾਈਕਲ ਤੋਂ ਬਾਅਦ। ਫਿਰ ਮੈਂ ਜਾ ਤੇ ਨਾ ਭਾਈ ਗੁਲਾਮ ਸੁਲ ਨਾਲ ਗੱਲ ਕੀਤੀ। ਮੈਂ ਕਿਹਾ ਭਾਈ ਸਾਹਿਬ ਕਿ ਹਕੀਮ ਨਜ਼ੀਰ ਸਾਹਿਬ ਮਿਲੇ ਨੇ, ਉਹਨਾਂ ਨੇ ਮੈਨੂੰ ਆਹ ਗੱਲ ਕੀਤੀ ਕਿ ਤੁਹਾਨੂੰ ਰਕਸ਼ਾ ਲੈ ਦੇਣੇ ਤੇ 60-70 ਹਜ਼ਾਰ ਦਾ। ਕਹਿੰਦੇ ਕਿ ਤੁਸੀਂ 60-70 ਹਜ਼ਾਰ ਅਗਰ ਉਹ ਦਿੰਦੇ ਨੇ, ਬਾਕੀ ਮੈਂ ਪਾ ਦੇਣਾ, ਆਪਾਂ ਨਵਾਂ ਰਕਸ਼ਾ ਲੈ ਲੈਣਾ। ਮੈਂ ਕਿਹਾ ਬਿਹਤਰ ਹੋ ਗਿਆ। ਮੈਂ ਫਿਰ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਮਾਸ਼ਾਅੱਲਾ ਰਕਸ਼ਾ ਲੈ ਦਿੱਤਾ। ਉਹ ਰਕਸ਼ੇ ਤੇ ਫਿਰ ਮੈਂ ਡੇਲੀ ਇਕੱਠੇ ਕਰਨ ਲੱਗ ਪਿਆ, 40-50 ਤੋੜੇ ਰੋਜ਼ ਦੇ ਇਕੱਠੇ ਹੋ ਜਾਣੇ। ਫਿਰ ਆਪਣੇ ਆਲਮੀ ਤਨਜ਼ੀਮ ਤਹਫ਼ੁਜ਼ ਮੁਕੱਦਸ ਰਾਗ ਕਾਨੇ ਦੇ ਮੁਫਤੀ ਮੁਹੰਮਦ ਰਜ਼ਾ ਸਾਹਿਬ ਹੈਗੇ ਨੇ, ਉਹ ਹਰ ਮਹੀਨੇ ਤਕਰੀਬਨ 4 ਗੱਡੀਆਂ ਭਾਰਤ ਵੱਲ ਲਿਜਾਂਦੇ ਰਹੇ। ਜਿੰਨਾ ਖਜ਼ਾਨਾ ਇਕੱਠਾ ਹੁੰਦਾ ਸੀ ਉਹ ਲਿਜਾਂਦੇ ਰਹੇ। ਫਿਰ ਉਸ ਬਾਅਦ 7 ਸਾਲ ਮੈਂ ਉਹਨਾਂ ਨੂੰ ਖਜ਼ਾਨਾ ਦਿੱਤਾ। ਉਹਨਾਂ ਦੀ ਥੋੜ੍ਹੀ ਆਪ ਦੀ ਮੁਸ਼ਕਲਾਤ ਆ ਗਈ, ਤਨਜ਼ੀਮ ਉਹਨਾਂ ਦੀ ਬਣੀ ਹੋਈ ਸੀ, ਰੰਜਿਸ਼ ਬਣ ਗਈ, ਉਹ ਮਾਮਲਾ ਤੇ ਖਰਾਬ ਹੋ हुकूमे ਗਿਆ। दा किवें ख्याल आया? ਤੇ ਉਹ ਨਾ ਮੈਂ ਇਸੇ ਵਾਸਤੇ ਨਾ ਟੁਰਦਾ ਟੁਰਦਾ ਭਾਈ ਜ਼ੁਬੈਰ ਸਾਹਿਬ ਕੋਲ ਚਲਾ ਜਾਂਦਾ। ज़ुबैर खान साहब को। ਜ਼ੁਬੈਰ ਖਾਨ ਸਾਹਿਬ ਕੋਲ ਜਾਣਾ, ਉਹਨਾਂ ਨਾਲ ਜਦ ਮੈਂ ਗੱਲ ਕਰਨਾ कि भाई ਸਾਹਿਬ ਮੇਰੇ ਕੋਲ ਨਾ 2 ਗੱਡੀਆਂ ਦਾ ਖਜ਼ਾਨਾ ਇਕੱਠਾ ਹੋਇਆ ਪਿਆ ਤੇ ਲਿਹਾਜ਼ਾ महफूज करन वास्ते कोई चीज़ नहीं। ਮਹਿਫੂਜ਼ ਕਰਨ ਵਾਸਤੇ ਜਗ੍ਹਾ ਨਹੀਂ ਤੇ ਮਿਹਰਬਾਨੀ ਜੀ ਅਗਰ ਤੁਸੀਂ ਗੱਡੀਆਂ 2 ਕਿਰਾਏ ਤੇ ਕਰਵਾ ਦਿਓ, ਅਗਰ ਅਸੀਂ ਸਾਹੀਵਾਲ ਪਹੁੰਚਾ ਦਈਏ ਤੇ ਉੱਥੇ ਸੇਫ ਰਹੇਗਾ। ਮੈਨੂੰ ਕਹਿੰਦੇ ਕੋਈ ਗੱਲ ਨਹੀਂ ਅਸੀਂ ਘਲਾ ਦਿੰਦੇ। ਮੈਂ ਜਦੋਂ ਉਹਨਾਂ ਦੀ ਲਚਕ ਦੇਖੀ ਨਾ ਮੈਨੂੰ ਬੜੀ ਖੁਸ਼ੀ ਹੋਈ। ਮੈਂ ਕਿਹਾ ਬੰਦੇ ਬੜੇ ਜੀਦਾਰ ਨੇ। ਮੈਂ ਕਿਹਾ ਕਿਉਂ ਨਾ ਇਹਨਾਂ ਨੂੰ ਕੁਰਾਨ ਮਹਿਲ ਦਾ ਕਿਹਾ ਜੀ। ਮੈਂ ਦੁਬਾਰਾ ਗਿਆ, ਮੈਂ ਕਿਹਾ ਭਾਈ ਸਾਹਿਬ ਸਾਡੇ ਕੋਲ ਕੁਰਾਨ ਮਹਿਲ ਹੀ ਨਹੀਂ, ਤੁਸੀਂ ਕੁਰਾਨ ਮਹਿਲ ਹੀ ਬਣਵਾ ਦਿਓ। ਉਹਨਾਂ ਨੇ ਕਿਹਾ ਕਿੰਨਾ ਖਰਚਾ ਆਏਗਾ? ਮੈਂ ਕਿਹਾ ਜੀ ਇੰਨਾ। ਕਹਿੰਦੇ ਕੋਈ ਗੱਲ ਨਹੀਂ, ਜਿੰਨਾ ਚਾਹੀਦਾ ਤੁਸੀਂ ਕਰੋ। ਮਾਸ਼ਾਅੱਲਾ ਜਿੰਨਾ ਵੀ ਹੈ ਸਾਰਾ ਮਟੀਰੀਅਲ ਉਹਨਾਂ ਨੇ ਦਿੱਤਾ ਹੈ, ਤੇ ਸੀਮਿੰਟ, ਬਜਰੀ, ਰੇਤਾ, ਸਰੀਆ, ਜੋ ਕੁਛ ਵੀ ਸਾਰਾ ਸਮਾਨ ਉਹਨਾਂ ਨੇ ਭੇਜਿਆ। ਉਹਨਾਂ ਨੇ ਕਿਹਾ ਕਿ ਤੁਸੀਂ ਪਰੇਸ਼ਾਨ ਨਹੀਂ ਹੋਣਾ, ਜਿਹੜੀ ਚੀਜ਼ ਦੀ ਜ਼ਰੂਰਤ ਹੈ ਤੁਸੀਂ ਕੰਮ ਕਰੋ, ਅਸੀਂ ਤੁਹਾਡੇ ਨਾਲ। क्या जगह किन्ने वक़्फ़ कीती? ਇਹ ਜਗ੍ਹਾ ਮਾਸ਼ਾਅੱਲਾ ਭਾਈ ਗੁਲਾਮ ਹੋਟਲ ਵਾਲੇ ਨੇ, ਉਹਨਾਂ ਨੇ ਜਗ੍ਹਾ ਵਕਫ ਕੀਤੀ। ਇਹ ਫਿਰ ਅਸੀਂ ਇੱਥੇ ਕੁਰਾਨ ਮਹਿਲ ਸ਼ਰੀਫ ਬਣਾ ਲਿਆ। अच्छा इस काम विच की मुश्किलां ने? ਮੁਸ਼ਕਲਾਂ ਤਾਂ ਕੋਈ ਨਹੀਂ, ਬਸ ਦੋਸਤ ਹੈਗੇ ਨੇ ਕਿ ਕਈ ਦੋਸਤ ਹੈ ਦੇਖੋ ਨਾ ਕਿ ਇੱਕ ਬੰਦਾ ਕਰ ਵੀ ਰਿਹਾ ਨਾ, ਉਹਨੂੰ ਵੀ ਬੁਰਾ ਕਹਿ ਤੇ ਨਾ ਦੋਸਤ ਕਹਿੰਦੇ ਨੇ ਕਿ विसाड़ करदे ने, परेशान करदे ने। ਇੰਨਾ ਕੁ ਪਰੇਸ਼ਾਨ ਕਰਦੇ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਇੰਨਾ ਕੁ ਪਰੇਸ਼ਾਨ ਹੋ ਗਿਆ ਸਾਂ। ਮੈਂ ਜਾ ਕੇ ਫਿਰ ਖਾਜਾ ਮੁਹੰਮਦ ਸ਼ਫੀ ਲਜਪਾਲ ਨੇ ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਜ਼ਰੂਰ ਆ ਗੱਲ ਹੈ, ਦੋਸਤ ਇੰਝ ਗੱਲਾਂ ਕਰਦੇ ਨੇ ਤੇ ਮੈਂ ਤਾਂ ਨੇਕੀ ਕਾਰ ਤੋਂ ਵੀ ਅਗਰ ਬੁਰਾ ਹੀ ਬਣਨਾ ਤੇ ਇਹਦੇ ਨਾਲ ਚੰਗਾ ਹੈ ਚੁੱਪ ਕਰ ਜਾਈਏ। ਮੈਨੂੰ ਕਹਿੰਦੇ ਹਾਲੀ ਤਾਂ ਬੇਟਾ ਸੂਈ ਲੱਗੀ ਥੋੜੀ ਜਿਹੀ ਨਾਲ ਤੇ ਤੜਫ ਉੱਠੇ, ਹਾਲੀ ਬੜਾ ਕੁਛ ਹੋਣਾ, ਪਰੇਸ਼ਾਨ ਨਹੀਂ ਹੋਣਾ, ਹਿੰਮਤ ਨਹੀਂ ਆਉਣੀ, ਚੁੱਪ ਕਰ ਤੇ ਲੱਗਾ ਰਹਿ, ਉਹ ਮਾਲਕ ਦੇਖਦਾ ਪਿਆ। ਤੁਸੀਂ ਲੋਕਾਂ ਨੂੰ ਸਫਾਈ ਦੇਣੀ ਸ਼ੁਰੂ ਕਰੋਗੇ ਨਾ ਤੇ ਕਿਸੇ ਨੂੰ ਵੀ ਨਹੀਂ ਦੇ ਸਕਦੇ। सिर्फ मालिक अगे अर्ज करो, आपे कमियां दूर कर देगा। माशाल्लाह। जी नाज़रीन, मैंने आपको सजाद भाई से बातें भी करवाई। सजाद भाई ने आपको बताया कि ये पैदल कुरान पाक के मुकद्दस सूरात को जमा करते थे, उसके बाद साइकिल ले ली, साइकिल पर जमा करना शुरू कर दिया। और भाई गुलाम होटल वाले उन्होंने मोटर बाइक लै दी, मोटरसाइकिल लै दी, उस पर ये जमा कर रहे। हकीम नज़ीर साहब ने और भाई गुलाम सुल ने इनको रिक्शा लेकर दिया, उस पर जमा करें। जमा करने के बाद डेली के 10 बोरे 20 बोरे जी जमा करते हैं। पहले ये जिमे के जिमे करते थे, साथ में अपना काम भी करते थे, मगर दोस्तों की मोहब्बत, उनका तावन आया तो अब डेली बेस पे ये सिर्फ यही काम करते हैं, मुकद्दस सुराग को जमा करते हैं, उनको महफूज करते हैं। और ज़ुबैर खान साहब का पास गए, उन्होंने इनके साथ तावन किया
الحمدللہ یہ بلڈنگ بنا کر دے دی۔ تو بھائی غلام سول نے یہ جو جگہ ہے جس پہ یہ بلڈنگ موجود ہے وہ وقف کر دی۔ تو میں دیکھنے والے ناظرین سے یہ ریکویسٹ کرنا چاہوں گا کہ یہ وہ نوجوان ہے جس نے اپنا گھر بار بیوی بچے سب کو ایک سائڈ پہ رکھ کے مقدس اوراق کو محفوظ مقامات پر جمع کرنے کے لیے اپنی زندگی وقف کر دی۔ تو اس نوجوان کے ساتھ تعاون کرنا چاہیے، ہر طرح کا مالی تعاون اور اخلاقی تعاون بھی کرنا چاہیے۔ یہ وہ نوجوان ہے جو قصور کی روڑی کوچوں پر گندگی پر اپنے ہاتھ ڈالتا ہے اور قرآن پاک کے مقدس اوراق کو اور پاک اوراق کو اٹھاتا ہے، خوشبو لگاتا ہے، خوشبو لگانے کے بعد ان کو قرآن محل میں محفوظ کرتا ہے۔ دن رات یہ نیکی کا کام کر رہا ہے۔ تو جتنے بھی قصور کے بسنے والے ہیں میں ان سے یہ اپیل کرنا چاہوں گا، اس نوجوان کی حوصلہ افزائی کرنی چاہیے، جب آپ کے علاقے میں آئیں تو اس کی خدمت کریں، اس کے ساتھ تعاون کریں تاکہ یہ نیکی کا جو کام کر رہا ہے بڑھ چڑھ کر کرے اور خوشی کے ساتھ کرے۔ اس کی دلداری نہیں کرنی چاہیے، اس پر تنقید نہیں کرنی چاہیے، کیونکہ جو نیکی کا کام ہوتا ہے نا وہ ہر انسان تو کرتا ہے اپنے اپنے طور پر، مگر یہ وہ نوجوان ہے جس نے غریبی میں بھی نیکی کا کام نہیں چھوڑا۔